ਖਾਨਦਾਨ 'ਚ ਕਿਸੇ ਤੇ ਇਤਬਾਰ ਕਰਨਾ ਹੀ ਪੈਂਦਾ। ਫੁੱਫੀ ਹੈ ਹੀ ਬੜੀ ਚੰਗੀ ਸੀ, ਅਸੀਂ ਤਾਂ ਸੋਚ ਵੀ ਨਹੀਂ ਸਕਦੇ ਸੀ ਕਿ ਐਡੀ ਵੱਡੀ ਸਾਡੇ ਨਾਲ ਗੇਮ ਖੇਡੇਗੀ। ਜਵਾਨ ਕਹਿੰਦਾ ਫੁੱਫੀ ਸ਼ਹਿਰ 'ਚ ਰਹਿੰਦੀ ਸੀ, ਅਕਸਰ ਜਿਸ ਵੇਲੇ ਪਿੰਡ ਆਉਂਦੀ ਸੀ ਤੇ ਸਾਡੇ ਵਾਸਤੇ ਚੀਜ਼ਾਂ ਲੈ ਕੇ ਆਉਂਦੀ ਸੀ। ਸਾਰੇ ਭੈਣਾਂ ਭਰਾ ਬੜੇ ਖੁਸ਼ ਸਾਂ। ਕਹਿੰਦੇ ਖਾਸ ਕਰ ਸਾਡੀ ਜਿਹੜੀ ਵੱਡੀ ਭੈਣ ਹੈ ਉਹਦਾ ਬੜਾ ਕਰਦੀ ਸੀ, ਉਹਦੇ ਵਾਸਤੇ ਕੱਪੜਿਆਂ ਦਾ ਜੋੜਾ, ਉਹਦੇ ਵਾਸਤੇ ਪੈਸੇ, ਕੋਈ ਨਾ ਕੋਈ ਉਹਦੇ ਵਾਸਤੇ ਚੀਜ਼ ਲੈ ਕੇ ਆਉਂਦੀ। ਉਹ ਵੀ ਫੁੱਫੋ ਨਾਲ ਬੜੀ ਲੱਗ ਗਈ ਸੀ। ਕਹਿੰਦੀ ਯਾਰ ਮੇਰੀ ਮਾਂ ਤੇ ਲੱਗਦਾ ਮੇਰੀ ਫੁੱਫੀ ਹੈ। ਕਹਿੰਦਾ ਅੰਮਾ ਨੇ ਵੀ ਕੁਝ ਵੀ ਨਹੀਂ ਸੀ ਆਖਦੇ, ਅਕਸਰ ਆ ਕੇ ਫੁੱਫੀ ਆਦੀ ਸੀ ਮੈਂ ਤੇਰੀ ਕੁੜੀ ਨੂੰ ਜਿਹੜਾ ਨਾ ਸ਼ਹਿਰ ਲੈ ਜਾਣਾ, ਉੱਥੇ ਜਾ ਕੇ ਦੀ ਮੈਂ ਸ਼ਾਦੀ ਕਰਾਣੀ ਹੈ। ਅੰਮਾ ਦੀ ਆਦਤ ਸੀ ਆਲਾ ਜਿਸ ਤਰ੍ਹਾਂ ਦਿਲ ਕਰਦੇ ਉਸ ਤਰ੍ਹਾਂ ਕਰੀ। ਕਹਿੰਦਾ ਅੰਮਾ ਉਹਨਾਂ ਨੂੰ ਪੱਕ ਪਕਾਉਂਦੀ ਰਹਿੰਦੀ ਸੀ ਤੇ ਅੰਮਾ ਵੀ ਕੋਈ ਗੱਲ ਨਹੀਂ ਕੀਤੀ ਕਿ ਫੁੱਫੀ ਅੰਦਰੋਂ ਕਿਹੜੀ ਗੱਲ ਕਰ ਰਹੀ ਹੈ। ਕਹਿੰਦਾ ਇੰਜ ਕੀਤਾ ਕਿ ਇੱਕ ਵਾਰੀ ਸ਼ਹਿਰ ਲੈ ਕੇ ਗਈ, ਉੱਥੋਂ ਕੱਪੜੇ ਜੁੱਤੀ ਲੈ ਕੇ ਦਿੱਤੇ, ਫਿਰ ਵਾਪਸ ਛੱਡ ਕੇ ਗਈ ਕਾਰ ਤੇ। ਕਹਿੰਦਾ ਦੂਸਰੇ ਤੀਸਰੇ ਦਿਨ ਫਿਰ ਵਾਪਸ ਆ ਗਈ, ਆ ਕੇ ਆਂਦੀ ਹੈ ਕਿ ਮੈਂ ਹੁਣ ਕੁੜੀ ਨੂੰ ਪੱਕਾ ਪੱਕਾ ਲੈਣ ਆਈ ਹਾਂ। ਕਹਿੰਦੇ ਅੰਮਾ ਕਹਿੰਦੀ ਹੈ ਕਿ ਐਡੀ ਜਲਦੀ ਕਿਹੜੀ ਪੈ, ਨਹੀਂ ਮੈਂ ਉੱਥੇ ਜਾ ਕੇ ਇੱਕ ਰਿਸ਼ਤੇ ਵਾਲੇ ਨਾਲ ਗੱਲ ਕੀਤੀ ਹੈ, ਇਹ ਕੁੜੀ ਨੂੰ ਰਿਸ਼ਤੇ ਵਾਲੇ ਤੱਕਣ ਆਉਣਗੇ ਤੇ ਜੇ ਭਲਕੇ ਕੋਈ ਸ਼ਾਦੀ ਕਰਨੀ ਪਈ ਮੇਰਾ ਦਿਲ ਹੈ ਕਿ ਇਹਨੂੰ ਉੱਥੇ ਹੀ ਰੱਖਾਂ। ਕਹਿੰਦੇ ਅੰਮਾ ਜੀ ਕਹਿੰਦਾ ਥੋੜਾ ਸਬਰ ਕਰ ਜਾ, ਚਲੋ ਅਗਲੇ ਸਾਲ ਲੈ ਜੀ। ਕਹਿੰਦੇ ਨਹੀਂ ਭੈਣ ਫਟੋਫਟ ਬੋਲੀ ਕਿ ਨਾ ਮੈਂ ਫੁੱਫੀ ਨਾਲ ਹੀ ਜਾਣਾ, ਮੈਂ ਇੱਥੇ ਨਹੀਂ ਰਹਿਣਾ। ਕਹਿੰਦੇ ਅੰਮਾ ਜੀ ਕਹਿੰਦਾ ਹਾਲਾ ਤੇਰੀ ਮਰਜ਼ੀ, ਜਾਣੇ ਤੇ ਟੁਰ ਜਾ। ਕਹਿੰਦਾ ਜਿਸ ਵੇਲੇ ਉਹਨੇ ਬੈਗ ਬੰਨਣਾ ਸ਼ੁਰੂ ਕੀਤਾ ਨਾ, ਫੁੱਫੀ ਨੇ ਆਖਿਆ ਤੂੰ ਕੋਈ ਕੱਪੜੇ ਨਾ ਲਵੀਂ, ਐ ਵੀ ਬਿਲਕੁਲ ਤੂੰ ਹਾਲ ਹੀ ਜਾਣਾ, ਆਪੇ ਮੈਂ ਉੱਥੇ ਜਾ ਕੇ ਤੇਰੇ ਕੱਪੜਿਆਂ ਦਾ ਬੰਦੋਬਸਤ ਕਰ ਲਾਂਗੀ, ਤੂੰ ਸਿਰਫ ਆਪੂ ਜਿਹੜੇ ਪਾਏ ਨਹੀਂ ਉਹ ਹੀ ਤੇ ਜਿਹੜੀਆਂ ਜੁੱਤੀਆਂ ਪਾਈਆਂ ਨਹੀਂ ਉਹ ਹੀ ਠੀਕ ਹੈ, ਬਸ ਗੱਡੀ ਆ ਜਾਂਦੀ ਹੈ ਤੇ ਅਸੀਂ ਚੱਲੇ ਆ। ਕਹਿੰਦੇ ਅੰਮਾ ਜੀ ਪਰੇਸ਼ਾਨ ਹੋ ਗਏ, ਫਟਵਟ ਕੁੜੀ ਟੁਰ ਚੱਲੀ ਹੈ, ਲੇਕਿਨ ਇਹ ਸੋਚੂ ਨੇ ਕਿ ਚਲੋ ਕੋਈ ਨਹੀਂ ਫੁੱਫੀ ਸੂ ਕਿਹੜਾ ਕੋਈ ਮਸਲਾ ਹੈ। ਕਹਿੰਦਾ ਮਿਲ ਗਿਲ ਕੇ ਤੇ ਭੈਣ ਸਾਡੇ ਕੋਲ ਉੱਤੇ ਟੁਰ ਗਈ ਸ਼ਹਿਰ। ਕਹਿੰਦਾ ਜਿਸ ਵੇਲੇ ਸ਼ਹਿਰ ਗਈ ਉੱਥੇ ਤਕਰੀਬਨ 6 ਮਹੀਨੇ ਰਹੀ। ਅੰਮਾ ਰਾ ਉੱਥੇ ਚੱਕਰ ਲਾਇਆ, ਜਾ ਕੇ ਤੱਕਿਆ ਤੇ ਸੋਹਣੇ ਕੱਪੜੇ ਜੁੱਤੀ ਪਾਏ ਤੇ ਪਤਾ ਹੀ ਨਹੀਂ ਸੀ ਲੱਗਦਾ ਕਿਸੇ ਪਿੰਡ ਚੋਂ ਆਈ ਹੈ। ਕਹਿੰਦਾ ਮੈਂ ਵੀ ਤਾਂ ਕੇ ਪਰੇਸ਼ਾਨ ਹੋ ਗਿਆ, ਟੀਵੀ ਬਹਿ ਕੇ ਤੱਕਣ ਲੱਗੀ ਹੈ, ਡਰਾਮੇ ਤੱਕਣ ਲੱਗੀ ਹੈ, ਪਿੰਡ 'ਚ ਤੇ ਪਤਾ ਹੀ ਕੌਣ ਸੀ, ਸਵੇਰ 5 ਵਜੇ ਉੱਠ ਕੇ ਕੰਮ ਕਰਨਾ ਪੈਂਦਾ ਸੀ। ਕਹਿੰਦਾ ਉਹ ਬੜੀ ਖੁਸ਼ ਹੀ, ਕਹਿੰਦੀ ਅੰਮਾ ਮੈਂ ਬੜੀ ਖੁਸ਼ ਹਾਂ ਤੇ ਮੈਨੂੰ ਕੋਈ ਵੀ ਪਰੇਸ਼ਾਨੀ ਨਹੀਂ ਹੈ। ਕਹਿੰਦੇ ਅੰਮਾ ਜੀ ਕਹਿੰਦੇ ਚੱਲ ਪੁੱਤਰ ਠੀਕ ਹੈ, ਕੋਈ ਰਿਸ਼ਤਾ ਸ਼ਿਸ਼ਤਾ ਵੀ ਆਇਆ ਤੇਰੇ ਵਾਸਤੇ ਕਿ ਨਹੀਂ ਨਾ ਆਈਏ। ਫੁੱਫੀ ਕਹਿੰਦੀ ਯਾਰ ਤੂੰ ਖਾ ਪੀ, ਆਪੇ ਕੋਈ ਰਿਸ਼ਤਾ ਆਇਆ ਤੇ ਦੱਸਾਂਗੇ। ਕਹਿੰਦੇ ਅੰਮਾ ਨੇ ਪੁੱਛਿਆ ਫੁੱਫੀ ਨੂੰ ਕਿ ਕੋਈ ਰਿਸ਼ਤਾ ਤੱਕਿਆ, ਉਹਨੇ ਆਖਿਆ ਗੱਲ ਕੀਤੀ ਹੈ, ਜਿਸ ਵੇਲੇ ਕੋਈ ਚੰਗਾ ਰਿਸ਼ਤਾ ਆਵੇਗਾ ਉਹ ਮੇਰੇ ਕੋਲ ਲੈ ਕੇ ਆਵੇਗੀ, ਮੈਂ ਉਹਨੂੰ ਆਖਿਆ ਮਾੜਾ ਰਿਸ਼ਤਾ ਨਾ ਲੈ ਕੇ ਆਵੀਂ। ਅੰਮਾ ਜੀ ਕਹਿੰਦੇ ਹਾਲਾ ਠੀਕ ਹੈ ਜਿਸ ਤਰ੍ਹਾਂ ਤੈਨੂੰ ਚੰਗਾ ਲੱਗਦਾ। ਕਹਿੰਦਾ ਉੱਥੇ ਰਹੇ ਅਸੀਂ ਰਾਤ ਤੇ ਵਾਪਸ ਆ ਗਏ। ਕਹਿੰਦਾ ਉਸ ਤੋਂ ਬਾਅਦ ਜਿਹੜਾ ਸਾਨੂੰ ਪਤਾ ਵੀ ਕੋਈ ਨਹੀਂ, ਸਾਨੂੰ ਉਸੇ ਵੇਲੇ ਪਤਾ ਲੱਗਾ ਕਿ ਜਿਸ ਵੇਲੇ ਫੁੱਫੀ ਨੇ ਜਿਹੜਾ ਨਿਕਾਹ ਕਰਾ ਦਿੱਤਾ ਉਹਦਾ। ਕਹਿੰਦਾ ਜਿਸ ਵੇਲੇ ਨਿਕਾਹ ਕਰਾਇਆ ਫਿਰ ਉੱਥੇ ਸਾਡੇ ਕੋਲ ਲੈ ਕੇ ਆਈ ਪਿੰਡ, ਕਹਿੰਦੀ ਆ ਕਿ ਮੁਬਾਰਕ ਹੋਵੇ, ਨਾਲ ਮਠਿਆਈ ਲੈ ਕੇ ਆਈ ਕਿ ਤੁਹਾਡੀ ਕੁੜੀ ਦਾ ਜਿਹੜਾ ਮੈਂ ਰਿਸ਼ਤਾ ਕਰਾ ਦਿੱਤਾ, ਹੁਣ ਨਿਕਾਹ ਹੋ ਗਿਆ ਇਹਦਾ, ਇਹ ਸ਼ਾਦੀशुदा ਹੋ ਗਈ ਹੈ, ਬਸ ਮੁੰਡੇ ਨੇ ਆਉਣਾ ਤੇ ਹੁਣ ਉਹਦੇ ਨਾਲ ਇਹਨੇ ਰੁਖਸਤ ਹੋ ਜਾਣਾ। ਕਹਿੰਦਾ ਅੰਮਾ ਜੀ ਕਹਿੰਦਾ ਤੁਸੀਂ ਸਾਨੂੰ ਨਹੀਂ ਬੁਲਾਇਆ, ਭੈਣਾਂ ਭਰਾਵਾਂ ਤੇ ਦੱਸਣਾ ਸੀ, ਚਲੋ ਸਾਰੇ ਸ਼ਾਮਲ। ਤੇ ਉਹਨੇ ਆਖਿਆ ਨਾ ਉਹਨਾਂ ਦੀ ਇਹ ਡਿਮਾਂਡ ਸੀ ਕਿ ਅਸੀਂ ਸਿਰਫ ਨਿਕਾਹ ਕਰਨਾ ਹੈ। ਕਹਿੰਦਾ ਨਿਕਾਹ ਕੀਤੇ ਅੰਮਾ ਜੀ ਬੜੇ ਪਰੇਸ਼ਾਨ ਕਿ ਕੁੜੀ ਨੂੰ ਕੇ ਪਾਇਆ ਨੇ, ਕੋਈ ਚੀਜ਼ ਨਜ਼ਰ ਨਹੀਂ ਆ ਰਹੀ। ਉਹਨਾਂ ਆਖਿਆ ਤੁਸੀਂ ਇਸ ਗੱਲ ਦੀ ਫਿਕਰ ਨਾ ਕਰੋ, ਕੁੜੀ ਦੇ ਨਾਂ ਉਹਨਾਂ ਕੋਠੀ ਲਵਾਣੀ ਹੈ, ਕੁੜੀ ਚੰਗੀ ਭਲੀ ਸੌਖੀ ਰਹੇਗੀ। ਉਹਨਾਂ ਆਖਿਆ ਨਾ ਕਮ ਸ ਕਮ ਅਸੀਂ ਉਹ ਮੁੰਡੇ ਵਾਲਿਆਂ ਨੂੰ ਮਿਲਣਾ ਤੇ ਚਾਹੁੰਦੇ, ਉਹਨਾਂ ਨਾਲ ਮਿਲਾਓ ਤੇ ਸਹੀ। ਫੁੱਫੀ ਆਂਦੀ ਹਾਲਾ ਮਿਲਾ ਵੀ ਦਿਆਂਗੇ, ਨਾ ਪਰੇਸ਼ਾਨ ਹੋ। ਕਹਿੰਦਾ ਐਸੇ ਤਰ੍ਹਾਂ ਆਇਆ। ਅੰਮਾ ਆਖਿਆ ਕਿ ਕਦੋਂ ਅਸੀਂ ਆ ਵੀ, ਉਹਨਾਂ ਆਖਿਆ ਠੀਕ ਹੈ ਤੁਸੀਂ ਅਗਲੇ ਹਫਤੇ ਆ ਜਾਓ ਤੇ ਮੁੰਡੇ ਨਾਲ ਤੁਹਾਨੂੰ ਮਿਲਾ ਦਿਆਂਗੇ, ਨਾਲੇ ਉਹਦੀ ਫੈਮਿਲੀ ਨਾਲ। ਕਹਿੰਦਾ ਅਸੀਂ ਸਾਰੀ ਫੈਮਿਲੀ ਉੱਠ ਕੇ ਤੇ ਫੁੱਫੀ ਦੇ ਘਰ ਟੁਰ ਗਏ। ਫੁੱਫੀ ਨੇ ਚੰਗਾ ਭਲਾ ਖਾਣੇ ਦਾ ਬੰਦੋਬਸਤ ਕੀਤਾ, ਸਾਰਿਆਂ ਰੱਜ ਕੇ ਉੱਥੇ ਖਾਣਾ ਖਾਦਾ ਤੇ ਭੈਣ ਵੀ ਉੱਥੇ ਹੀ ਬੈਠੀ ਸੀ। ਕਹਿੰਦੇ ਚਲੋ ਤਿਆਰ ਹੋ ਫਿਰ ਉਹਨਾਂ ਦੇ ਘਰ ਚਲੀਏ। ਕਹਿੰਦੇ ਅਸੀਂ ਆਖਿਆ ਅਸੀਂ ਤੇ ਪਹਿਲਾਂ ਹੀ ਤਿਆਰ ਬੈਠੇ ਆ। ਕਹਿੰਦਾ ਉਹਨਾਂ ਨੂੰ ਡੱਬਾ ਕਰਾਇਆ ਵੱਡਾ ਤੇ ਸਾਰੇ ਅਸੀਂ ਉਹਦੇ 'ਚ ਬਹਿ ਗਏ। ਕਹਿੰਦਾ ਜਿਸ ਵੇਲੇ ਉੱਥੇ ਗਏ ਤੇ ਬੜੀ ਸੋਹਣੀ ਕੋਠੀ, ਸੋਹਣੀ, ਕਹਿੰਦਾ ਤੱਕ ਕੇ ਤੇ ਅਸੀਂ ਤੇ ਪਰੇਸ਼ਾਨ ਹੀ ਹੋ ਗਏ ਕਿ ਐਡੇ ਸੋਹਣੇ ਘਰ 'ਚ ਚੱਲੀ ਹੈ। ਕਹਿੰਦਾ ਜਿਸ ਵੇਲੇ ਅੰਦਰ ਗਏ ਆ ਤੇ ਦੋ ਜਣਾ ਜ਼ਨਾਨੀ ਉਹ ਅੱਗੇ ਦਰਵਾਜ਼ੇ ਕੋਲ ਖਲੋਤੇ ਸੀ, ਕਹਿੰਦਾ ਕਲਾਵੇ ਮਾਰ ਕੇ ਮਿਲੇ ਸਾਰਿਆਂ ਨੂੰ। ਕਹਿੰਦਾ ਜਿਸ ਵੇਲੇ ਅੰਦਰ ਜਾ ਕੇ ਬੈਠਿਆ ਉਹਨਾਂ ਵੀ ਅੱਗੂ ਜਿਹੜਾ ਬੜੀ ਖਿਦਮਤ ਵਗੈਰਾ ਕੀਤੀ ਤੇ ਉਹਨਾਂ ਆਖਿਆ ਤੁਹਾਡੀ ਕੁੜੀ ਨੂੰ ਅਸੀਂ ਖੁਸ਼ ਰੱਖਾਂ। ਕਹਿੰਦਾ ਅੰਮਾ ਜੀ ਆਈ ਸਾਦੇ ਜੇ ਨੇ, ਉਹਨਾਂ ਨੂੰ ਕਿਸੇ ਗੱਲ ਦੀ ਸਮਝ ਹੀ ਕੋਈ ਨਹੀਂ ਸੀ। ਕਹਿੰਦਾ ਬਹਰਾਲ ਝੱਟ ਬਹਿ ਕੇ ਉੱਤੇ ਖਾ ਪੀ ਕੇ ਤੇ ਕਹਿੰਦੇ ਅਸੀਂ ਬੜੇ ਖੁਸ਼ ਆ ਕਿ ਚਲੋ ਕੁੜੀ ਦਾ ਚੰਗਾ ਰਿਸ਼ਤਾ ਹੋ ਗਿਆ, ਪਿੰਡ 'ਚ ਕਿੱਥੇ ਲੱਗਿਆ ਸੀ ਲੱਭਣ, ਕੋ ਅਨਪਾੜੀ ਲੱਭੇ ਆ ਰਹੇ, ਕੁੜੀ ਚਲੋ ਇੱਥੇ ਸੌਖੀ ਰਹੇਗੀ। ਕਹਿੰਦਾ ਬਹਰਾਲ ਫਿਰ ਉੱਥੋਂ ਅਸੀਂ ਵਾਪਸ ਆ ਗਏ। ਫੁੱਫੀ ਦਾ ਬੜਾ ਸ਼ੁਕਰੀਆ ਅਦਾ ਕੀਤਾ ਕਿ ਚਲੋ ਤੁਸੀਂ ਸਾਡੀ ਕੁੜੀ ਵਾਸਤੇ ਚੰਗਾ ਰਿਸ਼ਤਾ ਤੱਕਿਆ। ਫੁੱਫੀ ਕਹਿੰਦੀ ਹੈ ਕਿ ਮੈਂ ਇਸੇ ਵਕਤ ਤੇ ਮਿਹਨਤ ਕਰ ਰਹੀ ਸਾਂ, ਮੈਂ ਕਿਹਾ ਕੁੜੀ ਦਾ ਕੋਈ ਚੰਗਾ ਰਿਸ਼ਤਾ ਕਰਵਾ ਦਿਆਂ। ਕਹਿੰਦਾ ਬਹਰਾਲ ਅੰਮਾ ਜੀ ਮੁਤਮਿਨ ਹੋ ਕੇ ਵਾਪਸ ਆ ਗਏ। ਅਗੂ ਆਖਿਓ ਨੇ ਕਿ ਕੁੜੀਏ ਧਿਆਨ ਨਾਲ ਰਵੀਂ, ਖਿਦਮਤ ਕਰੀ, ਇਹ ਨਾ ਆਵੇ ਭਲਕੇ ਕੋਈ ਮਸਲਾ ਆਵੇ ਜਾਂ ਮੈਨੂੰ ਕੋਈ ਸ਼ਿਕਾਇਤ। ਉਹਨੇ ਆਖਿਆ ਅੰਮਾ ਤੁਸੀਂ ਫਿਕਰ ਨਾ ਕਰੋ, ਕੋਈ ਸ਼ਿਕਾਇਤ ਨਹੀਂ ਆਉਣ ਲਈ। ਕਹਿੰਦੇ ਚੰਗੀ ਭਲੀ ਮਾਡਰਨ ਹੋਈ ਪਈ ਸੀ। ਕਹਿੰਦਾ ਬਹਰਾਲ ਇਸ ਤਰ੍ਹਾਂ ਹੋਇਆ ਕਿ ਉਹ ਉੱਥੇ ਰਹਿਣ ਲੱਗ ਪਈ। ਸਾਲ ਪੂਰਾ ਜਿਹੜਾ ਉਹ ਸ਼ਾਦੀ ਇਸੇ ਤਰ੍ਹਾਂ ਹੀ ਚੱਲੀ। ਕਹਿੰਦਾ ਸ਼ਾਦੀ ਜਿਸ ਵੇਲੇ ਚੱਲੀ ਹੈ ਤੇ ਉਹ ਮੁੰਡਾ ਜਿਹੜਾ ਨਾ ਉਹ ਆ ਕੇ ਇਸ ਤਰ੍ਹਾਂ ਜਿਹੜਾ ਫੁੱਫੀ ਕੋਲ ਹੀ ਰਹਿੰਦਾ ਰਿਹਾ। ਸਾਨੂੰ ਕਹਿੰਦਾ ਇਸ ਗੱਲ ਦਾ ਪਤਾ ਹੀ ਕੋਈ ਨਹੀਂ ਸੀ। 1 ਸਾਲ ਬਾਅਦ ਜਿਹੜਾ ਉਹ ਪਤਾ ਲੱਗਾ ਕਿ ਮੁੰਡਾ ਇੱਥੇ ਰਹਿ ਰਿਹਾ, ਉਹਨਾਂ ਆਪਣੀ ਕੋਠੀ ਵੇਚ
ਵੇਚ ਦਿੱਤੀ ਹੈ ਤੇ ਮਾਪਿਓ ਜਿਹੜੇ ਨੇ ਉਹ ਬਾਹਰ ਟੁਰ ਗਏ ਨੇ। ਕਹਿੰਦੇ ਇਹ ਕਿਸ ਤਰ੍ਹਾਂ ਹੋ ਸਕਦਾ ਕਿ ਕੋਠੀ ਵੇਚ ਕੇ ਤੇ ਤੁਹਾਡੇ ਉਹਨੇ ਕਿਹਾ ਕੋਈ ਫਿਕਰ ਵਾਲੀ ਗੱਲ ਨਹੀਂ, ਭਲਕੇ ਕੁੜੀ ਨੂੰ ਵੀ ਬਾਹਰ ਲੈ ਜਾਣਗੇ। ਕਹਿੰਦਾ ਇਸ ਤਰ੍ਹਾਂ ਗੱਲ ਕੀਤੀ ਤੇ ਅੰਮਾ ਰੀ ਚੁੱਪ ਕਰਕੇ ਉਹਨੇ ਕਿਹਾ ਭੈਣ ਜਿਸ ਤਰ੍ਹਾਂ ਤੈਨੂੰ ਚੰਗਾ ਲੱਗਦਾ ਤੂੰ ਉਸ ਤਰ੍ਹਾਂ ਕਰ, ਸਾਨੂੰ ਕੋਈ ਇਤਰਾਜ਼ ਨਹੀਂ, ਮੈਨੂੰ ਪਤਾ ਤੂੰ ਕੁੜੀ ਵਾਸਤੇ ਕੁਝ ਚੰਗਾ ਹੀ ਕਰਾਂਗੀ। ਕਹਿੰਦਾ ਬਹਰਹਾਲ ਇਸ ਤਰ੍ਹਾਂ ਸਿਲਸਿਲਾ ਚੱਲਿਆ। ਉਸ ਤੋਂ ਬਾਅਦ ਦੱਸਿਆ ਫੁੱਫੀ ਨੇ ਕਿ ਮੁਬਾਰਕ ਹੋਵੇ ਤੁਹਾਡੀ ਕੁੜੀ ਬਾਹਰ ਟੁਰ ਚੱਲੀ ਹੈ, ਮੁੰਡਾ ਵੀ ਨਾਲ ਹੀ ਬਾਹਰ ਚੱਲਾ ਹੈ। ਕਹਿੰਦਾ ਅਸੀਂ ਖੁਸ਼ ਹੋ ਗਏ, ਵਾਹ ਵੀ ਵਾਹ ਬਾਹਰ ਟੁਰ ਜਾਏਗੀ, ਸਾਡੇ ਵਾਸਤੇ ਬਾਹਰੋਂ ਚੀਜ਼ਾਂ ਟੋਰੇਗੀ, ਅਸੀਂ ਤੇ ਬੜੇ ਰੌਣਕ ਮੇਲੇ 'ਚ ਹੋ ਜਾਾਂਗੇ, ਪੈਸੇ ਟੋਰੇਗੀ। ਕਹਿੰਦਾ ਅੰਮਾ ਰੀ ਆਏ ਸਾਰੇ, ਅਸੀਂ ਮਿਲਣ ਆਏ, ਵੀਜ਼ਾ ਲੱਗੇ ਅਸੀਂ। ਕਹਿੰਦਾ ਸਾਨੂੰ ਨਹੀਂ ਸੀ ਪਤਾ ਕਿੱਥੇ ਦਾ ਵੀਜ਼ਾ ਲੱਗਿਆ ਜਾਂ ਕਿੱਥੇ ਜਾ ਰਹੀ ਹੈ। ਕਹਿੰਦਾ ਬਹਰਹਾਲ ਫੁੱਫੀ ਨੇ ਵੀ ਇੰਝ ਕੀਤਾ ਕਿ ਫੁੱਫੀ ਕਹਿੰਦੀ ਹੈ ਮੈਂ ਵੀ ਨਾਲ ਜਾ ਰਹੀ ਹਾਂ ਤੇ ਉਸ ਤੋਂ ਬਾਅਦ ਜਿਹੜਾ ਮੈਂ ਉਮਰਾ ਕਰਕੇ ਤੇ ਵਾਪਸ ਆ ਜਾਵਾਂਗੀ। ਕਹਿੰਦਾ ਫੁੱਫੀ ਵੀ ਇਸ ਤਰ੍ਹਾਂ ਨਾਲ ਤਿਆਰ ਹੋ ਗਈ ਤੇ ਨਾਲ ਕਹਿੰਦਾ ਭੈਣ ਵੀ ਬੜੀ ਸੋਹਣੀ ਤਿਆਰ ਹੋਈ, ਬੜਾ ਮਹਿੰਗਾ ਸੂਟ ਉਹਨੇ ਪਾਇਆ, ਅਸੀਂ ਆਂਦੇ ਕਿ ਤੈਨੂੰ ਨਜ਼ਰ ਨਾ ਲੱਗੇ ਹੈ ਵੀ। ਕਹਿੰਦਾ ਮੁੰਡਾ ਵੀ ਜਿਹੜਾ ਉਹ ਚੰਗਾ ਸੋਹਣਾ ਤਿਆਰ ਹੋਇਆ। ਕਹਿੰਦਾ ਇਸ ਤਰ੍ਹਾਂ ਹੀ ਹੋਇਆ ਜਿਸ ਵੇਲੇ 에ਅਰਪੋਰਟ ਤੇ ਗਏ, ਮੁੰਡਾ ਕਹਿੰਦਾ ਕਿ ਮੈਂ ਇਹ ਨਹੀਂ ਆਉਣਾ, ਮੈਂ ਥੋੜਾ ਲੇਟ ਆ, ਮੈਨੂੰ ਕੋਈ ਕੰਮ ਪੈ ਗਿਆ, ਤੁਸੀਂ ਦੋਏ ਚੱਲੋ ਤੇ ਮੈਂ ਆ ਜਾਵਾਂਗਾ। ਕਹਿੰਦਾ ਉਹ ਅੱਗੂ ਜਿਹੜਾ ਭੈਣ ਵੀ ਟੁਰ ਪਈ ਤੇ ਜਿਹੜੀ ਫੁੱਫੀ ਆ ਉਹ ਵੀ ਟੁਰ ਗਈ। ਕਹਿੰਦਾ ਜਿਸ ਵੇਲੇ ਉੱਥੇ ਟੁਰ ਗਏ ਉਹ ਟੁਰ ਗਏ ਓਮਾਨ। ਕਹਿੰਦਾ ਜਿਸ ਵੇਲੇ ਓਮਾਨ 'ਚ ਗਏ ਨੇ ਸਾਨੂੰ ਅੱਗੂ ਕੋਈ ਪਤਾ ਨਹੀਂ ਲੱਗਾ। ਕਹਿੰਦਾ ਉੱਥੋਂ ਜਿਹੜਾ ਫੁੱਫੀ ਵਾਪਸ ਆ ਗਈ ਹੈ। ਕਹਿੰਦਾ ਜਿਸ ਵੇਲੇ ਵਾਪਸ ਆਈ ਹੈ ਸਾਡੀ ਕੋਈ ਗੱਲਬਾਤ ਹੀ ਨਹੀਂ ਹੋਈ, ਫੋਨ ਤੇ ਸਾਨੂੰ ਪਤਾ ਹੀ ਨਹੀਂ ਕਿ ਉਹ ਕਿਸ ਹਾਲ ਵਿੱਚ ਹੈ। ਕਹਿੰਦਾ ਮਹੀਨਾ ਇੰਤਜ਼ਾਰ ਕੀਤਾ, 2 ਕੀਤਾ, 3 ਕੀਤੇ, ਜਿਸ ਵੇਲੇ ਕੋਈ ਫੋਨ ਸ਼ੂਨ ਆਇਆ ਅਸੀਂ ਫੁੱਫੀ ਕੋਲ ਆਏ, ਆ ਕੇ ਗੱਲ ਕੀਤੀ ਕਿ ਇਸ ਤਰ੍ਹਾਂ ਜਿਹੜਾ ਬਿਲਕੁਲ ਕੋਈ ਪਤਾ ਹੀ ਕੋਈ ਨਹੀਂ ਹੈ ਕਿ ਕਿੱਧਰ ਗਈ ਹੈ, ਕਿ ਹਿਸਾਬ। ਉਹਨੇ ਆਖਿਆ ਉੱਥੇ ਜਾ ਕੇ ਮਸਰੂਫ ਹੋ ਗਈ ਹੈ, ਤੁਸੀਂ ਪਰੇਸ਼ਾਨ ਨਾ ਹੋਵੋ, ਉਹ ਆਪੇ ਤੁਹਾਡੇ ਨਾਲ ਰਾਬਤਾ ਕਰ ਲੇਗੀ, ਮੇਰਾ ਵੀ ਇਹ ਕੋਈ ਰਾਬਤਾ ਨਹੀਂ ਹੋਇਆ। ਉਹਨਾਂ ਆਖਿਆ ਨਹੀਂ ਕਮ ਸੇ ਕਮ ਕੋਈ ਫੋਨ ਹੀ ਕਰਾ ਦਿਓ, ਕੋਈ ਗੱਲ ਕਰਾ ਦਿਓ 2 ਮਿੰਟ ਕੁੜੀ ਨਾਲ। ਉਹਨਾਂ ਆਖਿਆ ਨਾ ਫਿਕਰ ਕਰੋ, ਮੈਂ ਤੁਹਾਨੂੰ ਆਖ ਨਹੀਂ ਜੇ ਪਈ ਕਿ ਆਪੇ ਕੁੜੀ ਰਾਬਤਾ ਕਰ ਲੇਗੀ। ਕਹਿੰਦਾ ਕਰਦਿਆ ਕਰਾਇਆ ਇਸ ਤਰ੍ਹਾਂ ਜਿਹੜਾ ਸਾਲ ਗੁਜ਼ਰ ਗਿਆ ਲੇਕਿਨ ਸਾਡੀ ਗੱਲ ਕੋਈ ਨਾ ਹੋਈ। ਕਹਿੰਦਾ ਅਸੀਂ ਹੋਰ ਪਰੇਸ਼ਾਨ ਹੋ ਗਏ ਕਿ ਸਾਲ ਹੋ ਗਿਆ, ਕਿਸ ਤਰ੍ਹਾਂ ਹੋ ਸਕਦਾ ਕੁੜੀ ਨਾਲ ਗੱਲ ਨਹੀਂ। ਕਹਿੰਦਾ ਫਿਰ ਫੁੱਫੀ ਕੋਲ ਆ ਕੇ ਅਸੀਂ ਸੋੜੇ ਪੈ ਗਏ। ਉਹਨਾਂ ਆਖਿਆ ਇਹ ਕਿਸ ਤਰ੍ਹਾਂ ਹੋ ਸਕਦਾ ਕਿ ਜਿਹੜਾ ਸਾਡੀ ਗੱਲ ਨਹੀਂ ਹੁੰਦੀ ਪਈ, ਉਹ ਤੂੰ ਬਾਹਰੋਂ ਦੇ ਲੋਕ ਫੋਨ ਕਰਦੇ ਨੇ, ਰੋਜ਼ਾਨਾ ਗੱਲ ਕਰਦੇ ਨੇ ਤੇ ਸਾਡੀ ਕੁੜੀ ਫੋਨ ਹੀ ਕੋਈ ਨਹੀਂ ਕਰਦੀ ਪਈ। ਉਹਨੇ ਆਖਿਆ ਫਿਕਰ ਨਾ ਕਰੋ, ਮੈਨੂੰ ਪਤਾ ਲੱਗਿਆ ਕਿ ਉਹ ਠੀਕ ਠਾਕ ਨੇ, ਕਿਸੇ ਪਿੰਡ ਵਿੱਚ ਬਾਹਰ ਉੱਥੇ ਰਹਿੰਦੇ ਨੇ, ਉੱਥੋਂ ਜ਼ਰਾ ਫੋਨ ਦੀ ਪ੍ਰੋਬਲਮ ਹੈ ਤੇ ਉਹ ਆਂਦੇ ਨੇ ਕਿ ਅਗਲੇ ਸਾਲ ਅਸੀਂ ਉੱਥੇ ਨੈਟ ਲਵਾ ਲਾਂਗੇ, ਫਿਰ ਗੱਲ ਕਰੇਗੀ। ਕਹਿੰਦਾ ਪਰ ਉਹਨੇ ਹੌਸਲੇ ਦਾ ਅੰਮਾ ਆਖਿਆ ਨਾ ਮੈਨੂੰ ਯਕੀਨ ਨਹੀਂ ਆਉਂਦਾ ਪਿਆ ਕਿ ਇਸ ਤਰ੍ਹਾਂ ਹੋ ਸਕਦਾ। ਕਹਿੰਦਾ ਜਿਸ ਵੇਲੇ ਜ਼ਿਆਦਾ ਅੰਮਾ ਰੀ ਪਰੇਸ਼ਾਨ ਹੈ, ਫੁੱਫੀ ਨੇ ਆਖਿਆ ਨਾ ਭੈਣ ਫਿਕਰ ਕਰ, ਤੈਨੂੰ ਮੇਰੇ ਤੇ ਇਤਬਾਰ ਨਹੀਂ ਹੈ। ਕਹਿੰਦਾ ਲੇਕਿਨ ਫੁੱਫੋ ਦੀ ਗੱਲ ਤੇ ਬਿਲਕੁਲ ਇਤਬਾਰ ਨਹੀਂ ਸੀ ਆ ਰਿਹਾ। ਕਹਿੰਦਾ ਅੰਮਾ ਰੀ ਉੱਥੋਂ ਉੱਠ ਕੇ ਆ ਗਏ, ਆ ਕੇ ਪਿੰਡ 'ਚ ਇੱਕ ਵੱਡਾ ਵਡੇਰਾ ਚੌਧਰੀ ਹੈ ਉਹਦੇ ਨਾਲ ਆ ਕੇ ਗੱਲ ਕੀਤੀ ਕਿ ਇਸ ਤਰ੍ਹਾਂ ਸਾਡੀ ਕੁੜੀ ਜਿਹੜੀ ਹੈ ਭੈਣ ਮੇਰੀ ਨੇ ਨਾਲ ਖੜੀ ਸੀ, ਆਂਦੀ ਹੈ ਬਾਹਰ ਟੋਰੀ ਹੈ, ਲੇਕਿਨ ਉਹਦੇ ਨਾਲ ਫੋਨ ਤੇ ਕੋਈ ਰਾਬਤਾ ਨਹੀਂ, ਕੋਈ ਗੱਲਬਾਤ ਨਹੀਂ, ਨਾ ਕੋਈ ਗੱਲ ਵੀ ਦੱਸਦੀ ਹੈ, ਮੈਨੂੰ ਤੇ ਲੱਗਦਾ ਕੁੜੀ ਸਾਡੀ ਕਿਰੇ ਗਾਇਬ ਹੋ ਗਈ ਹੈ। ਉਹਦੇ ਭੈਣ ਨਾ ਫਿਕਰ ਕਰ, ਸਭ ਤੋਂ ਵੱਡੀ ਗੱਲ ਇਹ ਹੈ ਕਿ ਜੇ ਉਹ ਗੱਲ ਹੀ ਨਾ ਫੜਾਉਂਦੀ ਪਈ ਜਾ ਕੇ ਪੁਲਿਸ 'ਚ ਰਿਪੋਰਟ ਕਰਾ ਤੇ ਆਪੇ ਸਾਰੀ ਗੱਲ ਸਾਹਮਣੇ ਆ ਜਾਏ। ਉਹਨੇ ਆਖਿਆ ਭੈਣ ਹੈ ਮੇਰੀ ਤੇ ਮੈਂ ਕਿਸ ਤਰ੍ਹਾਂ ਹੁਣ ਉਹਦੇ ਤੇ ਕਰਾਂ। ਉਹਨੇ ਆਖਿਆ ਕੁੜੀ ਅਜ਼ੀਜ਼ ਹੀ ਕਿ ਨਹੀਂ, ਆਂਦਾ ਬਿਲਕੁਲ ਕੁੜੀ ਅਜ਼ੀਜ਼ ਹੈ, ਫਿਰ ਜਾ ਕੇ ਤੇ ਪਰਚਾ ਕਟਾ। ਕਹਿੰਦਾ ਉਹ ਨਾਲ ਗਿਆ, ਜਾ ਕੇ ਦੱਸਿਆ ਕਿ ਇਸ ਤਰ੍ਹਾਂ ਕੁੜੀ ਜਿਹੜੀ ਹੈ ਫੁੱਫੀ ਲੈ ਗਈ ਸੀ ਸ਼ਹਿਰ, ਉਹਨੇ ਕੋਈ ਸ਼ਾਦੀ ਕਰਾਈ ਹੈ ਤੇ ਇਸ ਤਰ੍ਹਾਂ ਜਿਹੜਾ ਉਹ ਬਾਹਰ ਲੈ ਗਿਆ। ਉਸ ਤੋਂ ਬਾਅਦ ਉਹਦੇ ਨਾਲ ਰਾਬਤੇ ਨਹੀਂ ਹੋਇਆ, ਸਾਲ ਤੋਂ ਜ਼ਿਆਦਾ ਹੋ ਗਿਆ ਤੇ ਅਸੀਂ ਬੜੇ ਪਰੇਸ਼ਾਨ ਆ ਕਿ ਸਾਡੀ ਕੁੜੀ ਗਈ ਕਿੱਧਰ ਹੈ। ਕਹਿੰਦੇ ਪੁਲਿਸ ਨੇ ਰਿਪੋਰਟ ਲਈ, ਉਹਨੇ ਤੁਸੀਂ ਪਰੇਸ਼ਾਨ ਨਾ ਹੋ, ਅਸੀਂ ਤੁਹਾਨੂੰ ਇਨਕੁਆਇਰੀ ਕਰਕੇ ਤੇ ਫਿਰ ਦੱਸਨੇ ਆ। ਕਹਿੰਦੇ ਪੁਲਿਸ ਜਿਸ ਵੇਲੇ ਫੁੱਫੀ ਕੋਲ ਗਈ, ਜਾ ਕੇ ਗੱਲਬਾਤ ਕੀਤੀ ਤੇ ਫੁੱਫੀ ਗੁੱਸੇ 'ਚ ਆ ਗਈ, ਸਿੱਧੀ ਆਈ ਪਿੰਡ ਵਿੱਚ। ਉਹਨੇ ਆਖਿਆ ਤੁਸੀਂ ਕਿਹੜਾ ਕੰਮ ਕੀਤਾ, ਤੁਸੀਂ ਮੇਰੇ ਖਿਲਾਫ ਪਰਚਾ ਕਟਾ ਦਿੱਤਾ, ਤੁਹਾਡੀ ਕੁੜੀ ਮੈਂ ਸੈੱਟ ਕਰਾਈ ਹੈ ਤੇ ਤੁਸੀਂ ਮੇਰੇ ਮਗਰ ਹੀ ਪਏ। ਉਹਨੇ ਆਖਿਆ ਤੂੰ ਅਗਰ ਸੈੱਟ ਕਰਾਈ ਹੈ ਤੇ ਸਾਡੀ ਕੁੜੀ ਨਾਲ ਗੱਲ ਕਰਾ, ਸਾਨੂੰ ਪਤਾ ਲੱਗੇ ਕੁੜੀ ਹੈ ਕਿੱਥੇ ਹੈ। ਉਹ ਅੱਗੂ ਕਹਿੰਦਾ ਇਸ ਗੱਲ ਤੇ ਆਮਦੀ ਕੋਈ ਨਹੀਂ ਸੀ ਪਈ, ਅਸੀਂ ਵੀ ਜਿਹੜਾ ਪਰਚਾ ਵਾਪਸ ਕੋਨਾ ਲਿਆ। ਫੁੱਫੀ ਨੇ ਢੇਰ ਮਿੰਨਤਾਂ ਕੀਤੀਆਂ। ਕਹਿੰਦਾ ਬਹਰਹਾਲ ਪੁਲਿਸ ਵਾਲਿਆਂ ਕੋਲ ਅਸੀਂ ਜਾ ਕੇ ਪੁੱਛਿਆ, ਉਹਨੇ ਸਾਨੂੰ ਸ਼ੱਕ ਕੁੜੀ ਦੀ ਫੁੱਫੀ ਤੇ ਹੀ ਹੈ, ਉਹਨੇ ਕੋਈ ਗੇਮ ਖੇਡੀ ਹੈ, ਉਹਦੀਆਂ ਕੋਈ ਗੱਲਾਂ ਜਿਹੜੀਆਂ ਨੇ ਨਾ ਉਹ ਸਾਨੂੰ ਚੰਗੀਆਂ ਨਹੀਂ ਲੱਗੀਆਂ, ਅਸੀਂ ਦੁਬਾਰਾ ਇਨਕੁਆਇਰੀ ਕਰਨ ਜਾਣਾ ਹੈ, ਫਿਰ ਅਸੀਂ ਉਹਦੇ ਕੋਲੋਂ ਪੁੱਛਾਂਗੇ। ਕਹਿੰਦਾ ਜਿਸ ਵੇਲੇ ਦੁਬਾਰਾ ਗਏ ਫੁੱਫੀ ਨੂੰ ਨਾਲ ਹੀ ਥਾਣੇ ਲੈਂਦੀ, ਉਹਨੇ ਥਾਣੇ ਲਿਆ ਕੇ ਜਿਸ ਵੇਲੇ ਉਹਨਾਂ ਨੇ ਚੰਗੀ ਤਰ੍ਹਾਂ ਸਖਤੀ ਕੀਤੀ ਨਾ, ਫਿਰ ਉਹਨੇ ਦੱਸਿਆ ਕਿ ਇਸ ਤਰ੍ਹਾਂ ਕੁੜੀ ਜਿਹੜੀ ਹੈ ਫਲਾਣੀ ਜਗ੍ਹਾ ਤੇ ਹੈ। ਕਹਿੰਦਾ ਫਿਰ ਉਹ ਇੰਝ ਕੀਤਾ, ਕੌਂਸਲ ਖਾਨਿਆਂ ਨਾਲ ਰਾਬਤਾ ਕੀਤਾ, ਉਹਨਾਂ ਨੇ ਜਿਹੜਾ ਓਮਾਨ ਵਿੱਚ ਕੁੜੀ ਸੀ ਕਹਿੰਦਾ ਉੱਥੇ ਰਾਬਤਾ ਕੀਤਾ, ਰੱਖਿਆ ਇਸ ਤਰ੍ਹਾਂ ਕੁੜੀ ਜਿਹੜੀ ਹੈ ਗਾਇਬ ਹੋਈ ਹੈ। ਉਹਨੇ ਇਸ ਵੇਲੇ ਪਤਾ ਦਿੱਤਾ ਕਿ ਫਲਾਣੇ ਬੰਦੇ ਅੱਗੇ ਜਿਹੜਾ ਮੈਂ ਓਮਾਨ ਆ ਕੇ ਕੁੜੀ ਵੇਚ ਦਿੱਤੀ ਹੈ। ਕਿਤਨੇ ਵਿੱਚ ਵੇਚੀ ਹੈ? 50 ਲੱਖ ਰੁਪਏ 'ਚ ਕੁੜੀ ਜਿਹੜੀ ਹੈ ਓਮਾਨ ਆ ਕੇ ਮੈਂ ਵੇਚ ਦਿੱਤੀ ਹੈ। ਕਹਿੰਦਾ ਜਿਸ ਵੇਲੇ ਉਹ ਬੰਦੇ ਦਾ ਪਤਾ ਕੀਤਾ, ਉੱਥੇ ਪੁਲਿਸ ਵਾਲਿਆਂ ਨੂੰ ਓਮਾਨ 'ਚ ਦੱਸਿਆ ਤੇ ਉਹਨਾਂ ਜਾ ਕੇ ਛਾਪਾ ਮਾਰਿਆ ਤੇ ਕੁੜੀ ਜਿਹੜੀ ਹੈ ਵਾਕਈ ਉੱਥੇ ਰਹਿ ਰਹੀ ਸੀ ਤੇ 3 ਜਣੇ ਜਿਹੜੇ ਨੇ ਉਹਦੇ ਨਾਲ ਤਕਰੀਬਨ ਰੋਜ਼ਾਨਾ ਜ਼ਿਆਦਤੀ ਕਰਦੇ ਸੀ ਤੇ ਘਰੋਂ ਬਾਹਰ ਨਹੀਂ ਸੀ ਨਿਕਲਣ ਦਿੰਦੇ।
ਉਹਦੀ ਇਤਨੀ ਹਾਲਤ ਖਰਾਬ ਕੀਤੀ ਸੀ ਨੇ। ਜਿਸ ਵੇਲੇ ਉਹਨਾਂ ਬਰਾਮਦ ਕੀਤੀ ਕੁੜੀ ਤੇ ਕੁੜੀ ਰੋ ਰੋ ਕੇ ਉਹਦੀ ਹਾਲਤ ਹੀ ਕੋਨਾ ਕਿ ਮੇਰੇ ਨਾਲ ਤੇ ਬੜਾ ਇੱਥੇ ਜ਼ੁਲਮ ਹੁੰਦਾ ਰਿਹਾ। ਹਾਲੀ ਇਹ ਹੀ ਤਰਿਆ ਨਹੀਂ, ਹੋਰ ਵੀ ਬੰਦੇ ਆਉਂਦੇ ਨੇ ਇਹਨਾਂ ਦੇ ਯਾਰ ਦੋਸਤ ਤੇ ਉਹ ਵੀ ਇਸ ਤਰ੍ਹਾਂ ਹੀ ਆ ਕੇ ਜ਼ਿਆਦਤੀ ਕਰਦੇ ਰਹੇ। ਫੁੱਫੀ ਜਿਹੜੀ ਹੈ ਮੈਨੂੰ ਇੱਥੇ ਵੇਚ ਕੇ ਤੇ ਵਾਪਸ ਟੁਰ ਗਈ ਹੈ। ਉਹਨਾਂ ਜਨਾਬ ਜਿਸ ਵੇਲੇ ਕੁੜੀ ਵਾਪਸ ਲਿਆਂਦੀ ਹੈ, ਲਿਆ ਕੇ ਤੇ ਉਹਨਾਂ ਸਾਰੀ ਗੱਲ ਦੱਸੀ। ਕੁੜੀ ਨੇ ਆ ਕੇ ਬਿਆਨ ਦਿੱਤਾ ਤੇ ਫਿਰ ਫੁੱਫੀ ਨੂੰ ਫੜ ਕੇ ਪੁਲਿਸ ਨੇ ਖੜਿਆ, ਜਾ ਕੇ ਡੱਕ ਦਿੱਤਾ ਤੇ ਉੱਥੋਂ ਜਿਹੜਾ ਪਤਾ ਲੱਗਾ ਕਿ ਫੁੱਫੀ ਤੇ ਇੰਨਾ ਭਰੋਸਾ ਸੀ, ਉਹਨੇ ਤੇ ਸਾਡੇ ਨਾਲ ਐਡੀ ਵੱਡੀ ਗੇਮ ਖੇਡੀ ਸੀ। ਉਹ ਘਰ ਦੇ ਵੀ ਪਰੇਸ਼ਾਨ ਹੋ ਗਏ। ਉਹਨਾਂ ਆਖਿਆ ਚਲੋ ਜੋ ਵੀ ਹੈ ਕੁੜੀ ਨਾਲ ਜ਼ਿਆਦਤੀ ਹੈ, ਕਮ ਸੇ ਕਮ ਜ਼ਿੰਦਾ ਵਾਪਸ ਤੇ ਆ ਗਈ ਹੈ, ਇਹ ਨਹੀਂ ਹੈ ਕਿ ਉੱਥੇ ਮਰ ਗਣਾ ਹੈ। ਸੱਕੀ ਫੁੱਫੀ ਸੀ, ਅਸੀਂ ਤੇ ਇਤਬਾਰ ਕਰਕੇ ਟੋਰੀ ਸੀ ਕਿ ਚਲੋ ਕੁੜੀ ਨੂੰ ਜਿਹੜਾ ਠੀਕ ਰੱਖੇ। ਕਹਿੰਦੇ ਉਸ ਤੋਂ ਬਾਅਦ ਸਾਨੂੰ ਪਤਾ ਲੱਗਾ ਕਿ ਜਿਹੜੀ ਕੋਠੀ ਸੀ ਜਾਂ ਜਿਹੜਾ ਵਿਆਹ ਕਰਾਇਆ ਸੀ ਉਹ ਸਾਰਾ ਨਕਲੀ ਹੈ। ਕੋਠੀ ਉਹ ਕਿਰਾਏ ਤੇ ਲਈ ਸੀ ਨੇ ਉੱਥੇ ਜਿਹੜਾ ਝਾੜ ਸਾਰਾ ਸਾਨੂੰ ਦਿਖਾਉਣ ਵਾਸਤੇ, ਬਾਕੀ ਉਹਨਾਂ ਕੋਲ ਕੋਈ ਗੱਲ ਨਹੀਂ ਸੀ। ਮੁੰਡਾ ਵੀ ਕਿਰੂ ਬਾਹਰੋਂ ਫੜ ਕੇ ਤੇ ਉਹਨੂੰ ਪੈਸੇ ਦੇ ਕੇ ਉਹਨੇ ਆਖਿਆ 4 ਦਿਹਾੜੇ ਤੂੰ ਵੀ ਕੁੜੀ ਨਾਲ ਗੁਜ਼ਾਰ ਲੈ, ਆਪਣੀ ਮौज ਮਸਤੀ ਕਰ ਲੈ ਤੇ ਜਿਹੜਾ ਤੂੰ ਆਖੀ ਕਿ ਮੈਂ ਇਹਦਾ ਦੂਲਾ। ਮੁੰਡਾ ਵੀ ਖੁਸ਼ ਹੋ ਕੇ ਸਾਰੇ ਕੰਮ ਕਰਦਾ ਰਿਹਾ ਤੇ ਉਸ ਤੋਂ ਬਾਅਦ ਜਿਹੜਾ ਉਹ ਗਾਇਬ ਹੋ ਗਿਆ। ਇਹ ਇਸ ਤਰ੍ਹਾਂ ਵੀ ਹੁੰਦਾ ਕਿ ਬੰਦਾ ਜਿਹਦੇ ਤੇ ਭਰੋਸਾ ਕਰਦਾ ਨਾ ਉਹ ਹੀ ਧੋਖਾ ਦਿੰਦਾ। ਤੇ ਆਪਣੇ ਬੱਚਿਆਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ, ਬਚਾ ਕੇ ਰੱਖਣੀ ਚਾਹੀਦੀ ਹੈ। ਮਾਂ ਪਿਓ ਤੋਂ ਇਲਾਵਾ ਕਿਸੇ ਤੇ ਇਤਬਾਰ ਨਹੀਂ ਕਰਨਾ ਚਾਹੀਦਾ, ਜਿਤਨਾ ਵੱਡਾ ਰਿਸ਼ਤਾ ਹੋਵੇ। ਖਾਸ ਕਰ ਧੀਆਂ ਨੂੰ ਤੇ ਕੋਈ ਕਿਸੇ ਦੇ ਘਰ ਤੋੜਦੇ ਨਹੀਂ, ਹਮੇਸ਼ਾ ਆਪਣੇ ਸਾਏ ਥਲੇ ਰੱਖਦਾ ਹੈ। ਬਾਕੀ ਹਮੇਸ਼ਾ ਮੈਂ ਤੁਹਾਨੂੰ ਕਹਿਣਾ ਕਿ ਮੇਰੀ ਵੀਡੀਓ ਅੱਛੀ ਲੱਗੇ ਤੇ ਕੋਸ਼ਿਸ਼ ਕਰਿਆ ਕਰੋ, ਲਾਈਕ ਕਰ ਦਿਆ ਕਰੋ, ਕਮੈਂਟਸ ਕਰ ਦਿਆ ਕਰੋ, ਸਬਸਕ੍ਰਾਈਬ ਕਰ ਦਿਓ ਤੇ ਦਿਲ ਖੁਸ਼ ਹੁੰਦਾ। ਬਾਕੀ ਦੁਆਵਾਂ 'ਚ ਯਾਦ ਰੱਖਿਆ ਕਰੋ, ਆਪਣੀ ਸਿਹਤ ਦਾ ਖਿਆਲ ਰੱਖਿਆ ਕਰੋ।